ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਬੱਚਿਓ, ਤੁਸੀਂ ਪੋਲੀਟੀਕਲ ਸਾਇੰਸ ਦਾ ਵਿਸ਼ਾ ਰੱਖਿਆ ਹੈ। +1 ਤੁਹਾਡੀ ਕਲਾਸ ਹੈ ਤੇ ਤੁਸੀਂ ਇੱਕ ਨਵੇਂ ਵਿਸ਼ੇ ਦੇ ਨਾਲ ਸਾਂਝ ਪਾਈ ਹੈ। ਮੈਂ ਵਧਾਈ ਦੇਣਾ ਚਾਹੁੰਦਾ ਕਿ ਤੁਸੀਂ ਬਹੁਤ ਹੀ ਚੰਗਾ ਵਿਸ਼ਾ ਚੁਣਿਆ ਜਿਹੜਾ ਕਿ ਜੀਵਨ ਦੇ ਵਿੱਚ ਤੁਹਾਨੂੰ ਬਹੁਤ ਅੱਗੇ ਲੈ ਕੇ ਜਾਏਗਾ ਔਰ ਬਹੁਤ ਸਾਰੇ ਅਜਿਹੇ ਪਸਾਰ ਖੋਲ੍ਹੇਗਾ ਜਿਹਦੇ ਨਾਲ ਤੁਸੀਂ ਆਪਣੀਆਂ ਮੰਜ਼ਿਲਾਂ ਜਿਹੜੀਆਂ ਉਹ ਸਹਿਜੇ ਹੀ ਸਰ ਕਰ ਜਾਓਗੇ। ਆਪਣੇ ਵਿਸ਼ੇ ਦੇ ਨਾਲ ਜੁੜਿਆ ਹੋਇਆ ਜਿਹੜਾ ਟੌਪਿਕ ਤੁਸੀਂ ਅੱਜ ਕਰਨਾ ਸਾਹਮਣੇ ਤੁਸੀਂ ਦੇਖ ਰਹੇ ਆ ਉਹ ਹੈ ਜੀ ਰਾਜਨੀਤੀ ਸ਼ਾਸਤਰ ਦੇ ਦੂਜੇ ਸਮਾਜਿਕ ਵਿਗਿਆਨਾਂ ਨਾਲ ਸੰਬੰਧ, ਰਿਲੇਸ਼ਨਸ ਆਫ ਪੋਲੀਟੀਕਲ ਸਾਇੰਸ ਵਿਦ ਅਦਰ ਸੋਸ਼ਲ ਸਾਇੰਸਿਸ। ਬੇਟੇ ਮੇਰਾ ਨਾਮ ਹਰਭਜਨ ਸਿੰਘ ਹੈ। ਮੈਂ ਪੋਲੀਟੀਕਲ ਸਾਇੰਸ ਵਿਸ਼ੇ ਦੇ ਵਿੱਚ ਹੀ ਲੈਕਚਰਰ ਹਾਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਸਤੀ ਮਿੱਠੂ ਜਲੰਧਰ। ਉਮੀਦ ਕਰਦਾ ਕਿ ਤੁਸੀਂ ਸਾਰੇ ਕਾਪੀ ਪੈਨ ਲੈ ਕੇ ਬੈਠੇ ਹੋਵੋਗੇ ਔਰ ਜੋ ਪੁਆਇੰਟਸ ਅੱਜ ਅਸੀਂ ਡਿਸਕਸ ਕਰਾਂਗੇ ਇਸ ਮਹੱਤਵਪੂਰਨ ਵਿਸ਼ੇ ਦੇ ਵਿੱਚ ਉਹ ਤੁਸੀਂ ਜ਼ਰੂਰ ਆਪਣੀਆਂ ਕਾਪੀਆਂ ਦੇ ਉੱਤੇ ਨੋਟ ਕਰੋਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਭਰਪੂਰ ਫਾਇਦਾ ਉਠਾਓਗੇ। ਜੇ ਕੋਈ ਟੌਪਿਕ ਦੇ 'ਚੋਂ ਗੱਲ ਰਹਿ ਜਾਏ ਤਾਂ ਤੁਸੀਂ ਆਪਣੇ ਅਧਿਆਪਕ ਦੀ ਮਦਦ ਦੇ ਨਾਲ ਇਸ ਵਿਸ਼ੇ ਨੂੰ ਪੂਰਾ ਕਰੋਗੇ। ਸੋ ਆਓ ਆਪਾਂ ਕਰਦੇ ਹਾਂ ਗੱਲ ਅੱਜ ਦੇ ਵਿਸ਼ੇ ਦੀ ਕਿ ਰਾਜਨੀਤੀ ਸ਼ਾਸਤਰ ਜਿਹੜਾ ਤੁਸੀਂ ਵਿਸ਼ਾ ਲਿਆ ਆ ਇਹਦੇ ਹੋਰ ਸੋਸ਼ਲ ਸਾਇੰਸਿਸ ਜਿਹੜੀਆਂ ਹੈਗੀਆਂ ਜਿਵੇਂ ਅਰਥ ਸ਼ਾਸਤਰ ਹੈ, ਇਤਿਹਾਸ ਹੈ, ਮਨੋਵਿਗਿਆਨ ਹੈ ਵਗੈਰਾ ਵਗੈਰਾ ਬਹੁਤ ਸਾਰੀਆਂ ਸੋਸ਼ਲ ਸਾਇੰਸਿਸ ਹੈਗੀਆਂ, ਇਹਨਾਂ ਦੇ ਨਾਲ ਕੀ ਸੰਬੰਧ ਹੈ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮਨੁੱਖ ਦਾ ਜੀਵਨ ਸਿੰਪਲ ਜਾਂ ਸਧਾਰਨ ਨਹੀਂ ਹੈ। ਇੱਕ ਬਹੁਤ ਹੀ ਮਲਟੀ ਡਾਈਮੈਂਸ਼ਨਲ ਜਾਂ ਬਹੁਤ ਪਸਾਰੀ ਜੀਵਨ ਅਸੀਂ ਕਹਿ ਸਕਦੇ ਹਾਂ। ਜਿਵੇਂ ਇੱਕ ਵਿਅਕਤੀ ਤੁਸੀਂ ਦੇਖਦੇ ਹੋ ਸਵੇਰੇ ਜਦੋਂ ਉੱਠਦਾ ਹੈ ਅਤੇ ਸ਼ਾਮ ਨੂੰ ਸੌਂਦਾ ਹੈ, ਉਸ ਦੇ ਦਰਮਿਆਨ ਜਿੰਨਾ ਕੁਝ ਵੀ ਉਹ ਕਰਦਾ ਉਹ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਉਹਦੀਆਂ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਦੀਆਂ। ਜੇ ਉਹ ਗੁਰਦੁਆਰਾ ਸਾਹਿਬ ਜਾਂਦਾ ਹੈ ਜਾਂ ਮੰਦਿਰ ਮਸਜਿਦ ਕਿਤੇ ਵੀ ਜਾਂਦਾ ਹੈ ਤਾਂ ਉਹ ਉਸ ਦਾ ਧਾਰਮਿਕ ਪੱਖ ਹੈ। ਤੁਸੀਂ ਦੇਖ ਸਕਦੇ ਹੋ ਸਾਹਮਣੇ ਤਸਵੀਰਾਂ ਲਗਾਈਆਂ ਤੁਹਾਡੀ ਸਹੂਲਤ ਵਾਸਤੇ। ਜੇ ਉਹ ਆਪਣੇ ਕੰਮਕਾਰ ਵਾਸਤੇ ਨਿਕਲਦਾ ਹੈ, ਡਿਊਟੀ ਲਈ ਨਿਕਲਦਾ ਹੈ, ਰੋਜ਼ਗਾਰ ਵਾਸਤੇ ਨਿਕਲਦਾ ਹੈ ਤੇ ਉਹ ਉਸ ਦਾ ਆਰਥਿਕ ਪੱਖ ਹੈ। ਤੁਸੀਂ ਦੇਖ ਸਕਦੇ ਹੋ ਕੰਮ ਦੇ ਵਿੱਚ ਲੱਗੇ ਹੋਏ ਲੋਕਾਂ ਨੂੰ। ਸਮਾਜਿਕ ਜੀਵਨ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਐਕਟੀਵਿਟੀਜ਼ ਆਪਾਂ ਕਰਦੇ ਹਾਂ, ਜਿਵੇਂ ਸਾਫ਼ ਸਫਾਈ ਦਾ ਕੰਮ ਕੀਤਾ ਜਾ ਰਿਹਾ ਸਵੱਛ ਅਭਿਆਨ ਦੇ ਤਹਿਤ, ਸਮਾਜਿਕ ਪੱਖ ਹੈ, ਰਾਜਨੀਤਿਕ ਪੱਖ ਹੈ। ਇਸੇ ਤਰ੍ਹਾਂ ਕੁਛ ਇੱਕ ਮਨੋਵਿਗਿਆਨਿਕ ਤੇ ਹੋਰ ਬਹੁਤ ਸਾਰੇ ਪਸਾਰ ਵੱਖ-ਵੱਖ ਹੁੰਦੇ ਆ ਜੀਵਨ ਦੇ ਵਿੱਚ। ਮੈਂ ਦੱਸਣਾ ਚਾਹੁੰਦਾ ਕਿ ਇਹਨਾਂ ਸਾਰਿਆਂ ਪੱਖਾਂ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਸਾਇੰਸਿਸ ਹੈ ਜਾਂ ਵੱਖ-ਵੱਖ ਵਿਸ਼ੇ ਜਿਹੜੇ ਆ ਇਹਨਾਂ ਨੂੰ ਡੀਲ ਕਰਦੇ ਆ। ਆਰਥਿਕ ਪੱਖ ਨੂੰ ਇਕਨੋਮਿਕਸ ਡੀਲ ਕਰਦੀ ਹੈ, ਧਾਰਮਿਕ ਪੱਖ ਹੈ ਤਾਂ ਧਰਮ ਵਿਗਿਆਨ ਹੈ, ਸਮਾਜ ਵਿਗਿਆਨ ਹੈ, ਰਾਜਨੀਤਿਕ ਪੱਖ ਵਾਸਤੇ ਤੁਹਾਡਾ ਵਿਸ਼ਾ ਹੈ ਜਿਹੜਾ ਪੋਲੀਟੀਕਲ ਸਾਇੰਸ ਹੈ। ਸੋ ਜੇ ਇੱਕ ਵਿਅਕਤੀ ਜਿਹੜਾ ਵੱਖ-ਵੱਖ ਪ੍ਰਕਾਰ ਦੇ ਕੰਮ ਆਪਣੇ ਜੀਵਨ 'ਚ ਕਰਦਾ ਹੈ ਜਿਹਦਾ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧ ਹੈ ਤਾਂ ਫਿਰ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਕਿ ਸਾਰੇ ਵਿਸ਼ੇ ਜਿਹੜੇ ਆ ਅਲੱਗ-ਅਲੱਗ ਵਿਸ਼ਿਆਂ ਦੇ ਤੌਰ 'ਤੇ ਕੰਮ ਕਰਦੇ ਆ, ਪਰ ਇਹ ਸਾਰੇ ਵਿਸ਼ਿਆਂ ਦਾ ਆਪਸ ਵਿੱਚ ਇੰਨਾ ਗੂੜਾ ਸੰਬੰਧ ਹੈ ਕਿ ਜੇ ਅਸੀਂ ਇੱਕ ਦੇ ਉੱਤੇ ਹੀ ਨਿਰਭਰ ਕਰੀਏ, ਬਾਕੀਆਂ ਦਾ ਆਸਰਾ ਲੈਣਾ ਛੱਡ ਦਈਏ ਤਾਂ ਸ਼ਾਇਦ ਸਾਡਾ ਗਿਆਨ ਔਰ ਸਾਡੀ ਸਟੱਡੀ ਜਿਹੜੀ ਆ ਅਧੂਰੀ ਰਹੇਗੀ। ਸੋ ਇਹਨਾਂ ਸਾਰੀਆਂ ਸਾਇੰਸਿਸ ਜਿਹੜੀਆਂ ਹੈਗੀਆਂ, ਸਾਰੀਆਂ ਵਿਗਿਆਨ ਹੈ, ਇਹਨਾਂ ਦਾ ਆਪਸ ਵਿੱਚ ਬਹੁਤ ਗੂੜਾ ਸੰਬੰਧ ਹੈ। ਅਸੀਂ ਅੱਜ ਦੇ ਵਿਸ਼ੇ ਦੇ ਵਿੱਚ 3 ਵਿਸ਼ਿਆਂ ਦੇ ਨਾਲ ਰਾਜਨੀਤੀ ਸ਼ਾਸਤਰ ਦੀ ਸਾਂਝ ਦੱਸਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਰਾਜਨੀਤੀ ਸ਼ਾਸਤਰ ਅਤੇ ਇਤਿਹਾਸ ਦੀ। ਹਿਸਟਰੀ ਦੇ ਨਾਲ ਪੋਲੀਟੀਕਲ ਸਾਇੰਸ ਦਾ ਕੀ ਸੰਬੰਧ ਹੈ ਇਹ ਜਾਣਨ ਵਾਸਤੇ 2-3 ਗੱਲਾਂ ਮੈਂ ਤੁਹਾਡੇ ਲਈ ਲਿਖੀਆਂ ਸੌਖੀਆਂ ਕਰਕੇ। ਪੜ੍ਹ ਸਕਦੇ ਹੋ ਤੁਸੀਂ। ਰਾਜਨੀਤੀ ਵਿਗਿਆਨ ਅਤੇ ਇਤਿਹਾਸ ਦੋਨੋਂ ਵੱਖ-ਵੱਖ ਸਮਾਜਿਕ ਵਿਗਿਆਨ ਹਨ ਪਰ ਦੋਨਾਂ ਦਾ ਇੱਕ ਦੂਜੇ ਨਾਲ ਗਹਿਰਾ ਸੰਬੰਧ ਹੈ। ਮੈਂ ਜਿਵੇਂ ਪਹਿਲਾਂ ਹੀ ਹੁਣੇ ਦੱਸ ਕੇ ਹਟਿਆ ਤੁਹਾਨੂੰ ਬੱਚੇ ਕਿ ਜਿੰਨੇ ਵੀ ਸਾਇੰਸ ਹੈ ਜਾਂ ਜਿੰਨੇ ਵੀ ਵਿਸ਼ੇ ਹੈ, ਚਾਹੇ ਉਹ ਅਰਥ ਸ਼ਾਸਤਰ ਹੈ, ਚਾਹੇ ਮਨੋਵਿਗਿਆਨ ਹੈ, ਚਾਹੇ ਰਾਜਨੀਤੀ ਹੈ, ਚਾਹੇ ਇਤਿਹਾਸ ਹੈ, ਇਹਨਾਂ ਸਾਰੇ ਵਿਸ਼ਿਆਂ ਦਾ ਆਪਣਾ ਅਧਿਐਨ ਹੈ। ਪਰ ਆਪਣਾ ਅਧਿਐਨ ਜਿਹੜਾ ਹੈ ਉਹ ਇੱਕ ਦੂਸਰੇ ਦੀ ਮਦਦ ਤੋਂ ਬਿਨਾਂ ਪੂਰਾ ਨਹੀਂ ਹੁੰਦਾ। ਸੋ ਇਹ ਸਮਝ ਲੈਣਾ ਚਾਹੀਦਾ ਤੁਹਾਨੂੰ ਕਿ ਕੋਈ ਵੀ ਸਬਜੈਕਟ ਜਿਹੜਾ ਹੈ ਉਹ ਦੂਸਰੇ ਵਿਸ਼ੇ ਦੇ ਨਾਲ ਸਾਂਝ ਪਾਉਣ ਤੋਂ ਬਿਨਾਂ ਕਿਤੇ ਨਾ ਕਿਤੇ ਅਧੂਰਾ ਰਹਿ ਜਾਂਦਾ ਹੈ। ਫਰੀਮੈਨ ਕਹਿੰਦੇ ਆ ਕਿ ਇਤਿਹਾਸ ਭੂਤਕਾਲ ਦੀ ਰਾਜਨੀਤੀ ਹੈ ਤੇ ਰਾਜਨੀਤੀ ਵਰਤਮਾਨ ਕਾਲ ਦਾ ਇਤਿਹਾਸ ਹੈ। ਬੜੀ ਸੌਖੀ ਹੈ ਗੱਲ ਸਮਝਣੀ। ਫਰੀਮੈਨ ਨੇ ਬਹੁਤ ਸੌਖੇ ਸ਼ਬਦਾਂ 'ਚ ਲਿਖਿਆ ਕਿ ਇਤਿਹਾਸ ਕੀ ਹੈ, ਜੋ ਪੁਰਾਣੇ ਸਮੇਂ ਦੇ, ਜੋ ਬੀਤੇ ਸਮੇਂ ਦੇ ਵਿੱਚ ਹੋ ਚੁੱਕਿਆ, ਜਿੰਨੀਆਂ ਵੀ ਰਾਜਨੀਤਿਕ ਘਟਨਾਵਾਂ ਹੋ ਚੁੱਕੀਆਂ ਸਾਰੀਆਂ ਇਤਿਹਾਸ ਦਾ ਪੰਨਾ ਬਣ ਚੁੱਕੀਆਂ। ਤੁਹਾਨੂੰ ਪਤਾ ਕਿ ਇਹ ਜਿਹੜਾ ਸਮਾਂ ਹੁਣ ਦਾ ਪਲ ਹੈ, 1 ਸੈਕਿੰਡ ਬੀਤਣ ਤੋਂ ਬਾਅਦ ਉਹ ਇਤਿਹਾਸ ਦੇ ਵਿੱਚ ਸ਼ਾਮਲ ਹੋ ਜਾਂਦਾ ਔਰ ਅਸੀਂ ਬੀਤੇ ਦਾ ਜਿੰਨਾ ਵੀ ਸਮਾਂ ਉਹ ਸਾਰਾ ਇਤਿਹਾਸ ਦੇ ਵਿੱਚ ਸ਼ਾਮਲ ਹੁੰਦਾ, ਸਾਰੀਆਂ ਘਟਨਾਵਾਂ ਇਤਿਹਾਸ ਬਣ ਜਾਂਦੀਆਂ। ਔਰ ਇਤਿਹਾਸ ਕੀ ਹੈ, ਜੋ ਐਟ ਪ੍ਰੈਜੈਂਟ, ਜੋ ਇਸ ਸਮੇਂ ਦੇ ਵਿੱਚ ਰਾਜਨੀਤੀ ਦੀਆਂ ਘਟਨਾਵਾਂ ਹੋ ਰਹੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਬਣ ਜਾਏਗਾ। ਇਸੇ ਤਰ੍ਹਾਂ ਹੀ ਬਰਗਸ ਜਿਹੜੇ ਨੇ ਉਹ ਦੱਸਣਾ ਚਾਹੁੰਦੇ ਆ ਸਾਨੂੰ ਕਿ ਜੇ ਇਤਿਹਾਸ ਤੇ ਰਾਜਨੀਤੀ ਸ਼ਾਸਤਰ ਨੂੰ ਵੱਖ ਕਰ ਦਿੱਤਾ ਜਾਵੇ ਤਾਂ ਉਹਨਾਂ ਵਿੱਚੋਂ ਇੱਕ ਮੁਰਦਾ ਨਹੀਂ ਤਾਂ ਅਪਾਹਜ ਜ਼ਰੂਰ ਹੋ ਜਾਵੇਗਾ। ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇੱਕ ਵਿਸ਼ੇ ਦੀ ਪਹੁੰਚ ਤੋਂ ਬਿਨਾਂ ਦੂਸਰਾ ਵਿਸ਼ਾ ਕਿਤੇ ਨਾ ਕਿਤੇ ਅਧੂਰਾ ਰਹਿ ਜਾਂਦਾ ਹੈ। ਸੋ ਅਗਰ ਅਸੀਂ ਇੱਕ ਵਿਸ਼ੇ ਦਾ ਅਧਿਐਨ ਕਰਨਾ ਹੈ ਪੂਰੀ ਚੰਗੀ ਤਰ੍ਹਾਂ ਨਾਲ ਤਾਂ ਸਾਨੂੰ ਦੂਸਰੇ ਵਿਸ਼ਿਆਂ ਦੀ ਮਦਦ ਜਿਹੜੀ ਆ ਉਹ ਲੈਣੀ ਪਏਗੀ। ਇਹਦਾ ਮਤਲਬ ਇਹ ਸਪਸ਼ਟ ਹੈ ਕਿ ਰਾਜਨੀਤੀ ਸ਼ਾਸਤਰ ਤੇ ਇਤਿਹਾਸ ਦੋਨੋਂ ਵੱਖਰੇ ਵਿਸ਼ੇ ਹੋਣ ਦੇ ਬਾਵਜੂਦ ਵੀ ਦੋਨਾਂ ਦਾ ਇੱਕ ਦੂਜੇ ਦੇ ਨਾਲ ਗਹਿਰਾ ਸੰਬੰਧ ਹੈ। आओ देखते हैं थोड़ा जिहा विस्तार में चल के कि इन्हां दोनों का आपस में की संबंध है।
ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਇਤਿਹਾਸ ਦੀ ਰਾਜਨੀਤੀ ਸ਼ਾਸਤਰ ਨੂੰ ਕੀ ਦੇਣ ਹੈ। ਜਿਵੇਂ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਜੋ ਪਲ ਬੀਤ ਰਿਹਾ ਹੈ ਇਹ ਬੀਤਣ ਤੋਂ ਬਾਅਦ ਨਾਲ ਹੀ ਦੀ ਨਾਲ ਇਤਿਹਾਸ ਬਣ ਜਾਂਦਾ ਆ। ਇਤਿਹਾਸ ਰਾਜਨੀਤੀ ਸ਼ਾਸਤਰ ਨੂੰ ਸਮੱਗਰੀ ਪ੍ਰਦਾਨ ਕਰਦਾ ਹੈ। ਇਹਦਾ ਮਤਲਬ ਹੈ ਕਿ ਰਾਜਨੀਤੀ ਸ਼ਾਸਤਰ ਦਾ ਵਿਸ਼ਾ ਅਗਰ ਤੁਸੀਂ ਪੜ੍ਹਦੇ ਆ ਤਾਂ ਤੁਹਾਨੂੰ ਬੀਤੇ ਹੋਏ ਸਮੇਂ ਦੀਆਂ ਰਾਜਨੀਤਿਕ ਘਟਨਾਵਾਂ ਦਾ ਗਿਆਨ ਲੈਣਾ ਹੋਏਗਾ, ਤਾਂ ਤੁਹਾਨੂੰ ਇਤਿਹਾਸ ਦੇਖਣਾ ਪਏਗਾ। ਅੱਜ ਤੋਂ ਪਹਿਲੇ ਜਿੰਨੀਆਂ ਵੀ ਸਰਕਾਰਾਂ ਹੋਈਆਂ ਉਹਨਾਂ ਨੇ ਕੀ ਪਾਲਿਸੀਜ਼ ਰੱਖੀਆਂ, ਕਿਹੜੇ ਕੰਮ ਕੀਤੇ ਹੈ, ਕਿਹੜੀਆਂ ਗੱਠਜੋੜ ਸਰਕਾਰਾਂ ਸਫਲ ਰਹੀਆਂ, ਕਿਹੜੀਆਂ ਅਸਫਲ ਰਹੀਆਂ, ਇਹ ਸਾਰੇ ਵਿਸ਼ੇ ਸਾਨੂੰ ਇਤਿਹਾਸ ਦੀ ਤਹਿ ਵਿੱਚ ਜਾ ਕੇ ਪਤਾ ਲੱਗਣਗੇ। ਇਹਦਾ ਮਤਲਬ ਹੈ ਕਿ ਸਾਡਾ ਜਿਹੜਾ ਅਧਿਐਨ ਹੈ ਉਹ ਇਤਿਹਾਸ ਦੇ ਅਧਿਐਨ ਤੋਂ ਬਿਨਾਂ ਰਾਜਨੀਤੀ ਸ਼ਾਸਤਰ ਦਾ ਅਧਿਐਨ ਅਧੂਰਾ ਰਹੇਗਾ। ਇਤਿਹਾਸ ਰਾਜਨੀਤਿਕ ਘਟਨਾਵਾਂ ਦਾ ਖਜ਼ਾਨਾ ਹੈ। ਮੈਂ ਹੁਣੇ ਦੱਸ ਕੇ ਹਟਿਆ ਕਿ ਜੋ ਵੀ ਘਟਨਾਵਾਂ ਬੀਤੇ ਸਮੇਂ ਦੇ ਵਿੱਚ ਹੋਈਆਂ ਉਹ ਸਾਰੀਆਂ ਨੂੰ ਅਸੀਂ ਇਤਿਹਾਸ ਦੇ ਵਿੱਚ ਸ਼ਾਮਲ ਕਰਦੇ ਹਾਂ, ਔਰ ਉਹਨਾਂ ਤੋਂ ਬਿਨਾਂ ਇਤਿਹਾਸ ਖਾਲੀ ਕੋਰਾ ਅਧਿਐਨ ਰਹਿ ਜਾਏਗਾ। ਦੂਸਰਾ ਪੁਆਇੰਟ ਹੈ ਕਿ ਰਾਜਨੀਤਿਕ ਸੰਸਥਾਵਾਂ ਦੀਆਂ ਜੜ੍ਹਾਂ ਇਤਿਹਾਸ ਵਿੱਚ ਹੁੰਦੀਆਂ। ਜਿਵੇਂ ਉੱਪਰ ਪਹਿਲੇ ਪੁਆਇੰਟ ਦੇ ਵਿੱਚ ਆਪਾਂ ਇਹ ਪਿਕਚਰ ਦੇਖ ਸਕਦੇ ਸੀਗੇ ਕਿ ਵਾਟ ਇਜ਼ ਸਟੇਟ, ਰਾਜ ਕੀ ਹੈ। ਰਾਜਨੀਤੀ ਸ਼ਾਸਤਰ ਦਾ ਵਿਸ਼ਾ ਮੁੱਖ ਅਧਿਐਨ ਕੀ ਹੈ, ਰਾਜ ਕੀ ਹੈ, ਸਰਕਾਰ ਕੀ ਹੈ, ਕਿਵੇਂ ਸਰਕਾਰ ਬਣਦੀ ਹੈ, ਕੰਮ ਕਿਵੇਂ ਕਰਦੀ ਹੈ, ਜਾਂ ਬੀਤੇ ਸਮੇਂ ਦੇ ਵਿੱਚ ਕਿਹੜੀਆਂ ਰਾਜਨੀਤਿਕ ਘਟਨਾਵਾਂ ਹੋਈਆਂ। ਇਹ ਜਿੰਨੇ ਵੀ ਰਾਜੇ ਹੋਏ ਆ, ਮਹਾਰਾਜੇ ਹੋਏ ਆ, ਇਹਨਾਂ ਦੀਆਂ ਜਿੰਨੀਆਂ ਵੀ ਨੀਤੀਆਂ ਸੀਗੀਆਂ ਉਹ ਸਾਰੀਆਂ ਰਾਜਨੀਤਿਕ ਘਟਨਾਵਾਂ ਹੈਗੀਆਂ, ਔਰ ਉਹ ਅੱਜ ਇਤਿਹਾਸ ਬਣ ਚੁੱਕੀਆਂ। ਸੋ ਸਾਨੂੰ ਇਤਿਹਾਸ ਜਿਹੜਾ ਆ ਰਾਜਨੀਤਿਕ ਸਮੱਗਰੀ ਪ੍ਰਦਾਨ ਕਰਦਾ। ਦੂਸਰਾ ਪੁਆਇੰਟ, ਜਿਵੇਂ ਤੁਸੀਂ ਦੇਖ ਰਹੇ ਹੋ ਇਹ ਸਾਰਕ ਦੀ ਫੋਟੋ ਲੱਗੀ ਹੋਈ ਹੈ, ਯੂਨਾਈਟਿਡ ਨੇਸ਼ਨ ਜਿਹਨੂੰ ਅਸੀਂ UNO ਕਹਿ ਦਿੰਦੇ ਹਾਂ। ਇਸੇ ਤਰ੍ਹਾਂ WHO ਜਾਂ ਹੋਰ ਬਹੁਤ ਸਾਰੀਆਂ ਰਾਜਨੀਤਿਕ ਸੰਸਥਾਵਾਂ ਕੰਮ ਕਰਦੀਆਂ ਅੱਜ ਦੇ ਸਮੇਂ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ। ਇਹ ਰਾਜਨੀਤਿਕ ਸੰਸਥਾਵਾਂ ਜਿੰਨੀਆਂ ਵੀ ਆ ਬੇਟੇ, ਇਹਨਾਂ ਦੀਆਂ ਜੜ੍ਹਾਂ ਇਤਿਹਾਸ ਵਿੱਚ ਹੁੰਦੀਆਂ। ਕੋਈ ਵੀ ਘਟਨਾ ਇੱਕਦਮ ਨਹੀਂ ਵਾਪਰ ਜਾਂਦੀ। ਅਗਰ ਕੋਈ ਸੰਸਥਾ ਬਣਦੀ ਹੈ ਤਾਂ ਉਹਦੇ ਪਿੱਛੇ ਇੱਕ ਲੰਬੀ ਕਾਰਨਾਂ ਦੀ ਲੜੀ ਹੁੰਦੀ ਹੈ ਕਿ ਕਿਉਂ ਇਹ ਸੰਸਥਾ ਹੋਂਦ ਵਿੱਚ ਲਿਆਉਣੀ ਪਈ ਔਰ ਇਹ ਕਿਵੇਂ ਕੰਮ ਕਰਦੀ ਹੈ। ਉਹ ਸਾਰਾ ਕੁਝ ਸਾਨੂੰ ਇਤਿਹਾਸ ਤੋਂ ਪਤਾ ਲੱਗਦਾ ਹੈ। ਇਹਦਾ ਮਤਲਬ ਅਗਰ ਕਿਸੇ ਸੰਸਥਾ ਦੇ ਬਾਰੇ 'ਚ ਅਸੀਂ ਪੜ੍ਹਨਾ ਆ, ਰਾਜਨੀਤਿਕ ਸੰਸਥਾ ਦੇ ਬਾਰੇ, ਸਾਨੂੰ ਇਤਿਹਾਸ ਨੂੰ ਝਾਤੀ ਮਾਰਨੀ ਪਏਗੀ। ਤੀਸਰਾ ਪੁਆਇੰਟ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਸੰਬੰਧ ਆ ਕਿ ਇਤਿਹਾਸ ਰਾਜਨੀਤੀ ਸ਼ਾਸਤਰ ਦੀ ਪ੍ਰਯੋਗਸ਼ਾਲਾ ਹੈ। ਗੱਲ ਫੇਰ ਮੋੜ ਕੇ ਉੱਥੇ ਆਏਗੀ ਕਿ ਇਤਿਹਾਸ ਦੇ ਵਿੱਚ ਜੋ ਘਟਨਾਵਾਂ ਹੋ ਚੁੱਕੀਆਂ ਰਾਜਨੀਤੀ ਦੇ ਵਿੱਚ ਪਹਿਲੇ, ਉਹ ਸਾਨੂੰ ਇਤਿਹਾਸ ਤੋਂ ਪਤਾ ਲੱਗਦਾ। ਤਾਂ ਅਸੀਂ ਇੱਕ ਰਾਜਨੀਤੀ ਸ਼ਾਸਤਰ ਦਾ ਵਿਦਿਆਰਥੀ ਜਿਹੜਾ ਆ ਉਹ ਬੀਤੇ ਸਮੇਂ ਦੀਆਂ ਹੋਈਆਂ ਘਟਨਾਵਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ ਉਹਦਾ ਆਈਡੀਆ ਲਗਾਏਗਾ ਔਰ ਉਹਦੇ ਆਧਾਰ ਤੇ ਆਪਣੇ ਸਿੱਟੇ ਕੱਢਦਾ ਆ। ਇਸੇ ਤਰ੍ਹਾਂ ਜਿਹੜੇ ਸਾਡੇ ਰਾਜਨੀਤਿਕ ਨੇ ਉਹ ਵੀ ਬੀਤੇ ਹੋਏ ਸਮੇਂ ਦੀਆਂ ਹੋਈਆਂ ਘਟਨਾਵਾਂ ਤੋਂ ਸਿੱਖਿਆ ਲੈ ਕੇ ਅੱਗੇ ਚੱਲਦੇ ਆ। ਪਿਛਲੀਆਂ ਜੋ ਵੀ ਸਫਲਤਾਵਾਂ ਜਾਂ ਅਸਫਲਤਾਵਾਂ ਆ ਉਹਨਾਂ ਦੇ ਆਧਾਰ ਦੇ ਉੱਤੇ ਆਪਣੇ ਜੀਵਨ ਨੂੰ ਜਾਂ ਆਪਣੇ ਨਿਸ਼ਾਨਿਆਂ ਨੂੰ ਉਲੀਕਣ ਦੀ ਕੋਸ਼ਿਸ਼ ਕਰਦੇ ਆ। ਚੌਥਾ ਪੁਆਇੰਟ ਹੈ ਕਿ ਇਤਿਹਾਸ ਰਾਜਨੀਤੀ ਸ਼ਾਸਤਰ ਲਈ ਮਾਰਗਦਰਸ਼ਕ ਹੈ। ਮੈਂ ਹੁਣੇ ਦੱਸ ਚੁੱਕਿਆ ਕਿ ਇਤਿਹਾਸ ਕੀ ਹੈ। ਇਤਿਹਾਸ ਇੱਕ ਤਰ੍ਹਾਂ ਨਾਲ ਸਫਲਤਾਵਾਂ ਤੇ ਅਸਫਲਤਾਵਾਂ ਦਾ ਸਮੂਹ ਹੈ, ਜੋੜ ਹੈ। ਜੋ ਸਫਲਤਾਵਾਂ ਹੋ ਚੁੱਕੀਆਂ ਆਉਣ ਵਾਲੇ ਸਮੇਂ 'ਚ ਅਸੀਂ ਉਹਦੇ ਆਧਾਰ ਤੇ ਪਲੈਨਿੰਗ ਕਰ ਸਕਦੇ ਹਾਂ। ਜੋ ਅਸਫਲਤਾਵਾਂ ਹੋ ਚੁੱਕੀਆਂ ਉਹਨਾਂ ਤੋਂ ਅਸੀਂ ਸਿੱਖਿਆ ਲੈ ਕੇ ਆਪਣੇ ਆਪ ਨੂੰ ਉਹਨਾਂ ਚੀਜ਼ਾਂ ਤੋਂ ਬਚਾ ਸਕਦੇ ਹਾਂ ਤਾਂ ਕਿ ਸਾਨੂੰ ਦੁਬਾਰਾ ਤੋਂ ਉਹ ਨਿਰਾਸ਼ਾ ਹੱਥ ਨਾ ਲੱਗੇ। ਇਹਦਾ ਮਤਲਬ ਹੈ ਕਿ ਇਤਿਹਾਸ ਜਿਹੜਾ ਹੈ ਉਹ ਰਾਜਨੀਤੀ ਦਾ ਮਾਰਗਦਰਸ਼ਕ ਹੈ, ਰਾਹ ਦਸੇਰਾ ਹੈ। ਪੰਜਵਾਂ ਪੁਆਇੰਟ ਹੈ ਕਿ ਇਤਿਹਾਸ ਰਾਜਨੀਤਿਕ ਪ੍ਰਣਾਲੀ ਵਿੱਚ ਪਰਿਵਰਤਨ ਦੀ ਵਿਆਖਿਆ ਕਰਦਾ ਹੈ। ਬੇਟੇ ਰਾਜਨੀਤਿਕ ਪ੍ਰਣਾਲੀ ਜਿਹੜੀ ਹੈ ਇਹਦੇ ਵਿੱਚ ਚੇਂਜਸ ਆਉਂਦੀਆਂ। ਜਿਵੇਂ ਮੈਂ ਇਹ ਲਾਇਆ ਪੂੰਜੀਵਾਦ ਹੈ, ਸਮਾਜਵਾਦ ਹੈ ਜਾਂ ਉਦਾਰਵਾਦ ਦੀਆਂ ਕਿਸਮਾਂ ਜਿਹੜੀਆਂ ਹੈਗੀਆਂ ਵੱਖ-ਵੱਖ, ਇਹ ਤੁਸੀਂ ਅੱਗੇ ਜਾ ਕੇ ਪੜ੍ਹੋਗੇ। ਇਹਨਾਂ ਸਾਰੀਆਂ ਦੇ ਵਿੱਚ ਪਰਿਵਰਤਨ ਕਿਉਂ ਆਇਆ, ਕਿਹੜੇ ਕਾਰਨ ਸੀਗੇ ਇਹਨਾਂ ਦੇ ਪਿੱਛੇ। ਉਦਾਰਵਾਦ ਤੋਂ ਬਾਅਦ ਪੂੰਜੀਵਾਦ ਤੋਂ ਬਾਅਦ ਫਿਰ ਅਸੀਂ ਸਮਾਜਵਾਦ ਵੱਲ ਜਾਂਦੇ ਹਾਂ। ਫਿਰ ਇਹਨਾਂ ਦੇ ਜਦੋਂ ਕਮੀਆਂ ਸਾਹਮਣੇ ਆਉਂਦੀਆਂ ਤਾਂ ਫਿਰ ਮੁੜ ਕੇ ਅਸੀਂ ਉਦਾਰਵਾਦ ਜਾਂ ਕਿਸੇ ਹੋਰ ਵਾਦ ਵੱਲ ਆ ਜਾਂਦੇ ਹਾਂ। ਅਸੀਂ ਇਸ ਤਰ੍ਹਾਂ ਰਾਜਨੀਤਿਕ ਪ੍ਰਣਾਲੀ ਵਿੱਚ ਹਮੇਸ਼ਾ ਚੇਂਜ ਆਉਂਦੀ ਰਹਿੰਦੀ ਹੈ। ਉਹ ਕਿੱਥੋਂ ਪਤਾ ਲੱਗੇਗੀ? ਉਹ ਸਾਨੂੰ ਇਤਿਹਾਸ ਤੋਂ ਪਤਾ ਲੱਗੇਗੀ। ਜਿਵੇਂ ਇਹ ਸਾਹਮਣੇ ਤੁਸੀਂ ਪਿਕਚਰ ਦੇਖ ਰਹੇ ਹੋ, ਇਹ ਰਾਜਨੀਤਿਕ ਘਟਨਾਵਾਂ ਹੈਗੀਆਂ। ਇਹ ਕਿਸਾਨ ਅੰਦੋਲਨ ਦੀ ਲੱਗੀ ਆ। ਇਹੋ ਜਿਹੀਆਂ ਘਟਨਾਵਾਂ ਨੂੰ ਲੈ ਕੇ ਜਿਹੜੇ ਸਾਡੇ ਰਾਜਨੀਤਿਕ ਨੇ ਉਹ ਇਹਨਾਂ ਤੋਂ ਸਿੱਖਿਆ ਗ੍ਰਹਿਣ ਕਰ ਸਕਦੇ ਆ। ਸੋ ਸਾਨੂੰ ਇਸ ਸਲਾਈਡ ਤੋਂ ਇਹ ਪਤਾ ਲੱਗਿਆ ਕਿ ਇਤਿਹਾਸ ਦੀ ਰਾਜਨੀਤੀ ਸ਼ਾਸਤਰ ਨੂੰ ਬਹੁਤ ਵੱਡੀ ਦੇਣ ਹੈ। ਆਓ ਅੱਗੇ ਚੱਲਦੇ ਹਾਂ ਤੇ ਦੇਖਦੇ ਹਾਂ ਕਿ ਰਾਜਨੀਤੀ ਸ਼ਾਸਤਰ ਜਿਹੜੀ ਆ ਇਹ ਇਤਿਹਾਸ ਨੂੰ ਕੀ ਦਿੰਦੀ ਹੈ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਅੱਜ ਦੀ ਰਾਜਨੀਤੀ ਕੱਲ੍ਹ ਦਾ ਇਤਿਹਾਸ ਬਣਦੀ ਹੈ। ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਕਮਲ ਦਾ ਫੁੱਲ ਹੈ, ਵੱਖ-ਵੱਖ ਝਾੜੂ ਹੈ ਜਾਂ ਪੰਜਾ ਹੈ। ਇਹ ਵੱਖ-ਵੱਖ ਸਾਡੀਆਂ ਰਾਜਨੀਤਿਕ ਪਾਰਟੀਆਂ ਨੂੰ ਦਰਸਾਉਂਦੇ ਪਏ ਆ। ਉੱਪਰ ਤੁਸੀਂ ਦੇਖ ਰਹੇ ਹੋ ਕਿ ਰਾਜਨੀਤਿਕ ਲੀਡਰਾਂ ਦੀ ਜਿਹੜੀ ਹੈ ਉਹ ਮੀਟਿੰਗ ਹੋ ਰਹੀ ਹੈ। ਇਹ ਪਿਕਚਰ ਸਿਰਫ ਤੁਹਾਨੂੰ ਯਾਦ ਕਰਾਉਣ ਵਾਸਤੇ ਲਗਾਈਆਂ ਗਈਆਂ ਤਾਂ ਕਿ ਤੁਹਾਨੂੰ ਇਹਨਾਂ ਪਿਕਚਰਸ ਦੇ ਨਾਲ ਕੁਝ ਗੱਲਾਂ ਰਿਲੇਟ ਕਰਕੇ ਕੁਝ ਗੱਲਾਂ ਇਹਨਾਂ ਦੇ ਨਾਲ ਤੁਹਾਨੂੰ ਯਾਦ ਰਹਿ ਸਕਣ। ਅੱਜ ਦੀ ਰਾਜਨੀਤੀ ਕੱਲ੍ਹ ਦਾ ਇਤਿਹਾਸ। ਜੋ ਘਟਨਾਵਾਂ ਅੱਜ ਵਾਪਰ ਰਹੀਆਂ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਬਣ ਜਾਣੀਆਂ। ਉਹਨਾਂ ਨੂੰ ਦੇਖ ਕੇ ਹੀ ਅਸੀਂ ਅਗਲੀ ਰਾਜਨੀਤੀ ਜਿਹੜੀ ਹੈ ਉਹਦਾ ਲੇਖਾ ਜੋਖਾ ਕਰਾਂਗੇ। ਦੂਸਰਾ ਪੁਆਇੰਟ ਹੈ ਕਿ ਰਾਜਨੀਤਿਕ ਘਟਨਾਵਾਂ ਦੇ ਅਧਿਐਨ ਤੋਂ ਬਿਨਾਂ ਇਤਿਹਾਸ ਅਧੂਰਾ ਹੈ। ਮੈਂ ਪਹਿਲੇ ਵੀ ਕਹਿ ਚੁੱਕਾ, ਜਿਵੇਂ ਅਸੀਂ ਇਸ ਪਿਕਚਰਾਂ ਥੱਲੇ ਲੱਗੀਆਂ ਦੇਖ ਸਕਦੇ ਹਾਂ। ਕਿਸਾਨ ਅੰਦੋਲਨ ਹੈ ਜਾਂ 1947 ਦੀ ਘਟਨਾ ਹੈ
ਜਾਂ ਜਲਿਆਂਵਾਲੇ ਬਾਗ ਦੀ ਘਟਨਾ ਹੈ, ਇਹ ਜਿਹੜੀਆਂ ਰਾਜਨੀਤਿਕ ਘਟਨਾਵਾਂ ਨੇ ਇਹਨਾਂ ਦਾ ਅਸੀਂ ਅਧਿਐਨ ਨਹੀਂ ਕਰਾਂਗੇ ਤਾਂ ਸਾਡਾ ਇਤਿਹਾਸਕ ਅਧਿਐਨ ਅਧੂਰਾ ਰਹੇਗਾ। ਇਹਦਾ ਮਤਲਬ ਇਹ ਘਟਨਾਵਾਂ ਕਿਤੇ ਨਾ ਕਿਤੇ ਰਾਜਨੀਤਿਕ ਸਨ, ਇਹਨਾਂ ਦੇ ਕਾਰਨ ਰਾਜਨੀਤਿਕ ਸਨ, ਲੇਕਿਨ ਇਹ ਇਤਿਹਾਸ ਦਾ ਅੰਗ ਬਣੀਆਂ ਹੋਈਆਂ। ਅੱਜ ਇਹਨਾਂ ਨੂੰ ਤੁਸੀਂ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਵੀ ਪੜ੍ਹਦੇ ਹੋ। ਰਾਜਨੀਤਿਕ ਘਟਨਾਵਾਂ ਇਤਿਹਾਸ ਦਾ ਨਿਰਮਾਣ ਕਰਦੀਆਂ। ਉਹੀ ਪੁਆਇੰਟ ਫਿਰ ਆਏਗਾ ਦੁਬਾਰਾ ਕਿ ਜਿਹੜੀਆਂ ਰਾਜਨੀਤਿਕ ਘਟਨਾਵਾਂ ਕਿਤੇ ਨਾ ਕਿਤੇ ਜਦੋਂ ਦੇਸ਼ ਆਜ਼ਾਦ ਹੋਇਆ ਇਹਦੇ ਪਿੱਛੇ ਵੱਖ-ਵੱਖ ਰਾਜਨੀਤਿਕ ਕਾਰਨ ਸੀਗੇ, ਵੱਖ-ਵੱਖ ਰਾਜਨੀਤਿਕ ਪਾਰਟੀਆਂ ਜਿਹੜੀਆਂ ਚਾਹੇ ਉਹ ਮੁਸਲਿਮ ਲੀਗ ਸੀ, ਚਾਹੇ ਉਹ ਕਾਂਗਰਸ ਪਾਰਟੀ ਸੀ, ਇਹਨਾਂ ਦੇ ਜਿਹੜੇ ਨੇਤਾ ਨੇ ਔਰ ਹੋਰ ਬਹੁਤ ਸਾਰੇ ਕਾਰਨ ਜਿਨ੍ਹਾਂ ਦੇ ਕਰਕੇ ਦੇਸ਼ ਦੀ ਵੰਡ ਹੋਈ, ਇਹ ਸਾਨੂੰ ਜਾਣਨੇ ਪੈਣਗੇ ਕਾਰਨ। ਇਹਦਾ ਮਤਲਬ ਕਿ ਜਿਹੜੀਆਂ ਰਾਜਨੀਤਿਕ ਘਟਨਾਵਾਂ ਹੁੰਦੀਆਂ ਉਹ ਆਉਣ ਵਾਲੇ ਸਮੇਂ ਦਾ ਇਤਿਹਾਸ ਨਿਰਮਾਣ ਕਰਦੀਆਂ। ਚਾਹੇ ਤੁਸੀਂ ਵੱਖ-ਵੱਖ ਦੇਸ਼ਾਂ ਦੇ ਜੰਗਾਂ ਯੁੱਧਾਂ ਦੀ ਗੱਲ ਕਰ ਲਓ, ਪਾਕਿਸਤਾਨ ਚਾਈਨਾ ਨਾਲ ਭਾਰਤ ਦੇ ਜਿਹੜੇ ਜੰਗ ਹੋਏ ਆ ਉਹਨਾਂ ਦੇ ਪਿੱਛੇ ਕਿਤੇ ਨਾ ਕਿਤੇ ਰਾਜਨੀਤਿਕ ਮੋਟਿਵ ਹੁੰਦੇ ਆ ਔਰ ਉਹ ਘਟਨਾਵਾਂ ਇਤਿਹਾਸਕ ਘਟਨਾਵਾਂ ਬਣ ਜਾਂਦੀਆਂ। ਸੋ ਰਾਜਨੀਤੀ ਸ਼ਾਸਤਰ ਦੀ ਇਤਿਹਾਸ ਨੂੰ ਬਹੁਤ ਵੱਡੀ ਦੇਣ ਹੈ। ਇਹਨਾਂ ਦੇ ਵਿੱਚ ਕਿਉਂਕਿ ਆਪਾਂ ਦੱਸਿਆ ਸੀ ਸ਼ੁਰੂ ਦੇ ਵਿੱਚ ਹੀ ਕਿ ਵੱਖਰੇ ਵੱਖਰੇ ਸਾਇੰਸ ਹੈ, ਵੱਖਰੇ ਵੱਖਰੇ ਵਿਸ਼ੇ ਹੈ। ਸੋ ਰਾਜਨੀਤੀ ਸ਼ਾਸਤਰ ਦੇ ਇਤਿਹਾਸ ਦੇ ਵਿੱਚ ਬਹੁਤ ਗਹਿਰੇ ਸੰਬੰਧ ਵੀ ਹੈ, ਪਰ ਇਹਦੇ ਬਾਵਜੂਦ ਵੀ ਕੁਝ ਇੱਕ ਬਰੀਕ ਅੰਤਰ ਵੀ ਹੈਗੇ ਨੇ ਦੋਨਾਂ ਵਿਸ਼ਿਆਂ ਦੇ। ਪਹਿਲੀ ਗੱਲ, ਇਤਿਹਾਸ ਦਾ ਖੇਤਰ ਰਾਜਨੀਤੀ ਸ਼ਾਸਤਰ ਨਾਲੋਂ ਬਹੁਤ ਵਿਸ਼ਾਲ ਹੈ। ਜਿਵੇਂ ਮੈਂ ਦੱਸਿਆ ਸੀ, ਦੇਖੋ ਜੇ ਰਾਜਨੀਤੀ ਦੀ ਗੱਲ ਕਰਾਂਗੇ ਉਹਦਾ ਸੰਬੰਧ ਸਿਰਫ ਰਾਜ, ਸਰਕਾਰ ਜਾਂ ਰਾਜਨੀਤਿਕ ਘਟਨਾਵਾਂ ਦੇ ਨਾਲ ਹੈ, ਲੇਕਿਨ ਇਤਿਹਾਸ ਦੇ ਢਿੱਡ ਦੇ ਵਿੱਚ, ਇਤਿਹਾਸ ਦੇ ਅੰਦਰ ਬਹੁਤ ਕੁਝ ਸਮਾਇਆ ਹੋਇਆ ਹੈ। ਉਹਦੇ ਅੰਦਰ ਰਾਜਨੀਤੀ ਵੀ ਹੈ, ਉਹਦੇ ਅੰਦਰ ਅਰਥ ਸ਼ਾਸਤਰ ਵੀ ਹੈ। ਪਹਿਲੀ ਦੇਖ ਸਕਦੇ ਹੋ ਤੁਸੀਂ ਪਿਕਚਰ, ਇਹ 'ਚ ਹਿਸਟਰੀ ਵੀ ਹੈ ਔਰ ਸੋਸ਼ਲ ਹਿਸਟਰੀ ਹੈ, ਪੋਲੀਟੀਕਲ ਹਿਸਟਰੀ ਹੈ। ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਿਸ਼ੇ ਹੈ ਉਹ ਹਿਸਟਰੀ ਦੀ ਕੁੱਖ ਦੇ ਵਿੱਚ ਸਮਾਏ ਹੋਏ ਹੈ। ਇਹਦਾ ਮਤਲਬ ਹੈ ਕਿ ਜਿਹੜਾ ਇਤਿਹਾਸ ਹੈ ਉਹ ਬਹੁਤ ਵਾਈਡ ਹੈ, ਉਹਦਾ ਖੇਤਰ ਬਹੁਤ ਵੱਡਾ ਹੈ, ਤੇ ਜਿਹੜਾ ਰਾਜਨੀਤੀ ਸ਼ਾਸਤਰ ਹੈ ਉਹ ਕੇਵਲ ਇੱਕ ਵਿਸ਼ੇ ਦਾ ਅਧਿਐਨ ਕਰਦਾ ਹੈ। ਦੂਸਰਾ ਪੁਆਇੰਟ ਹੈ, ਇਤਿਹਾਸ ਦਾ ਸੰਬੰਧ ਕੇਵਲ ਭੂਤਕਾਲ ਨਾਲ ਹੈ, ਜਦਕਿ ਰਾਜਨੀਤੀ ਭੂਤ, ਵਰਤਮਾਨ ਤੇ ਭਵਿੱਖ ਨਾਲ ਸੰਬੰਧਿਤ ਹੈ। ਇਤਿਹਾਸ ਦੇ ਵਿੱਚ ਉਹੀ ਘਟਨਾਵਾਂ ਆਉਂਦੀਆਂ ਜਿਹੜੇ ਫੈਕਟ ਬਣ ਜਾਂਦੇ ਆ, ਤੱਥ ਹੈ ਔਰ ਹੋ ਚੁੱਕੀਆਂ ਘਟਨਾਵਾਂ ਆਉਂਦੀਆਂ। ਲੇਕਿਨ ਰਾਜਨੀਤੀ ਵਿੱਚ ਅਸੀਂ ਪਿੱਛੇ ਕੀ ਹੋ ਚੁੱਕਿਆ, ਅੱਜ ਕੀ ਹੋ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਏਗਾ, ਇਹਨਾਂ ਦੇ ਆਧਾਰ ਦੇ ਉੱਤੇ ਉਹ ਸਾਰੀਆਂ ਪਲੈਨਿੰਗਸ, ਉਹ ਸਾਰੀਆਂ ਚੀਜ਼ਾਂ ਦਾ ਅਧਿਐਨ ਜਿਹੜਾ ਰਾਜਨੀਤੀ ਵਿੱਚ ਕਰਦੇ ਹਾਂ। ਸੋ ਇਹ ਤਿੰਨਾਂ ਵਿਸ਼ਿਆਂ ਦੇ ਨਾਲ ਜਿਉਂਦਾ ਜਾਗਦਾ ਵਿਸ਼ਾ ਹੈ ਜਿਹੜਾ ਤੁਸੀਂ ਅੱਜ ਪੜ੍ਹ ਰਹੇ ਹੋ। ਇਤਿਹਾਸ ਵਿਆਖਿਆ ਕਰਦਾ ਹੈ, ਇਹਦੀ ਵਿਧੀ ਜਿਹੜੀ ਆ ਵਿਆਖਿਆਤਮਕ ਹੈ, ਜਦਕਿ ਰਾਜਨੀਤੀ ਸ਼ਾਸਤਰ ਜਿਹੜਾ ਉਹ ਵਿਸ਼ਲੇਸ਼ਣ ਕਰਦਾ ਹੈ ਜਾਂ ਵਿਸ਼ਲੇਸ਼ਣ ਵਿਧੀ ਦੀ ਵਰਤੋਂ ਕਰਦਾ ਹੈ। ਤੁਸੀਂ ਦੇਖ ਸਕਦੇ ਹੋ, ਮੈਂ ਇੱਕ ਪਿਕਚਰ ਲਗਾਈ ਤੁਹਾਡੀ ਸੌਖ ਵਾਸਤੇ, ਗਲੋਬ ਹੈ, ਜਾਂ ਇੱਥੇ ਅਸੀਂ ਕੋਈ ਹੋਰ ਵੀ ਘਟਨਾ ਲੈ ਸਕਦੇ ਹਾਂ ਕਿ ਸਿਰਫ ਇਹ ਟੀਚਰ ਜਿਹੜਾ ਬੱਚਿਆਂ ਨੂੰ ਐਕਸਪਲੇਨ ਕਰ ਰਿਹਾ ਕਿ ਜੋ ਕੁਝ ਘਟਨਾ ਹੋਈ ਹੈ ਇਤਿਹਾਸ ਦੇ, ਚਾਹੇ ਉਹ ਕਿਸੇ ਜੰਗ ਯੁੱਧ ਦੀ ਗੱਲ ਕਰ ਰਿਹਾ, ਚਾਹੇ ਇਹ ਮੈਪ ਦੀ ਗੱਲ ਹੋ ਰਹੀ ਹੈ, ਤਾਂ ਸਿਰਫ ਐਕਸਪਲੇਨ ਕਰਕੇ ਦੱਸਿਆ ਜਾਂਦਾ ਹੈ ਕਿ ਇਹ ਚੀਜ਼ ਇਸ ਤਰ੍ਹਾਂ ਹੈ। ਜਦ ਕਿ ਦੂਸਰੇ ਬੰਨੇ ਜਦੋਂ ਅਸੀਂ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਵਿਸ਼ਲੇਸ਼ਣ ਕਰਨਾ ਪੈਂਦਾ ਹੈ ਕਿ ਜੇ ਰਾਜਨੀਤਿਕ ਧਾਰਾ ਬਦਲੀ, ਰਾਜਨੀਤਿਕ ਪ੍ਰਣਾਲੀ ਬਦਲੀ, ਰਾਜੇ ਬਦਲੇ, ਰਾਜ ਬਦਲਿਆ, ਸਰਕਾਰਾਂ ਬਦਲ ਰਹੀਆਂ, ਕਿਉਂ ਬਦਲ ਰਹੀਆਂ, ਉਹਨਾਂ ਦੇ ਪਿੱਛੇ ਐਨਾਲਿਸਿਸ ਕਰਨਾ ਪਊਗਾ। ਅਗਰ ਕੋਈ ਗੱਠਜੋੜ ਸਰਕਾਰ ਟੁੱਟ ਗਈ, ਰਲੀ ਮਿਲੀ ਸਰਕਾਰ ਜਿਸ ਨੂੰ ਅਸੀਂ ਕਹਿੰਦੇ ਹਾਂ, ਤੁਹਾਡੇ ਲਈ ਇਹ ਵਿਸ਼ਾ ਨਵਾਂ, ਇਸ ਕਰਕੇ ਕੁਝ ਗੱਲਾਂ ਦੁਬਾਰਾ ਤੋਂ ਦੁਹਰਾਉਣੀਆਂ ਪੈਂਦੀਆਂ ਤੁਹਾਡੇ ਵਾਸਤੇ। ਮਿਲੀ ਜੁਲੀ ਸਰਕਾਰ ਜਿਹੜੀ ਆ ਕਿਉਂ ਟੁੱਟੀ, ਜਾਂ ਜੇ ਕੋਈ ਕਾਮਯਾਬ ਹੋਈ ਆ ਤਾਂ ਕਿਉਂ ਕਾਮਯਾਬ ਹੋਈ, ਉਹਦਾ ਐਨਾਲਿਸਿਸ ਕਰਨਾ ਪਏਗਾ। ਉਹਦੇ ਆਧਾਰ ਦੇ ਉੱਤੇ ਅਸੀਂ ਅੱਗੇ ਚੱਲ ਕੇ ਜਿਹੜੀ ਚੰਗੀ ਰਾਜਨੀਤੀ ਕਰਨ ਦੇ ਯੋਗ ਹੋ ਸਕਦੇ ਹਾਂ। ਸੋ ਬੇਸ਼ੱਕ ਇਹਨਾਂ ਵਿਸ਼ਿਆਂ ਦੇ ਵਿੱਚ ਬਹੁਤ ਗਹਿਰਾ ਸੰਬੰਧ ਹੈ, ਦੋਨਾਂ ਦੇ ਵਿੱਚ ਆਪਸ ਵਿੱਚ ਇੱਕ ਦੂਜੇ ਨਾਲ ਬਹੁਤ ਗਹਿਰਾ ਸੰਬੰਧ ਹੈ, ਲੈਣ ਦੇਣ ਹੈ ਇੱਕ ਦੂਸਰੇ ਨਾਲ, ਪਰ ਇਹਨਾਂ ਦੇ ਵਿੱਚ ਕੁਝ ਬਰੀਕ ਅੰਤਰ ਹੈ ਜਿਹੜੇ ਤੁਹਾਡੇ ਨਾਲ ਮੈਂ ਸਾਂਝੇ ਕੀਤੇ ਆ, ਯਾਦ ਰੱਖਣ ਦੀ ਕੋਸ਼ਿਸ਼ ਕਰਨਾ। ਬੇਟੇ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਰੇ ਵਿਗਿਆਨ ਔਰ ਸਾਰੇ ਵਿਸ਼ੇ ਅਲੱਗ-ਅਲੱਗ ਹੈਗੇ ਆ, ਇਹਨਾਂ ਦਾ ਸਾਰਿਆਂ ਦਾ ਅਲੱਗ-ਅਲੱਗ ਅਧਿਐਨ ਹੈਗਾ, ਪਰ ਇੱਕ ਦੂਜੇ ਦੀ ਮਦਦ ਤੋਂ ਬਿਨਾਂ ਇਹ ਅਧੂਰੇ ਰਹਿ ਜਾਂਦੇ ਆ ਕਿਤੇ ਨਾ ਕਿਤੇ। ਇਸ ਕਰਕੇ ਅਗਰ ਅਸੀਂ ਸਹੀ ਅਧਿਐਨ ਕਰਨਾ ਹੈ ਤਾਂ ਸਾਨੂੰ ਇੱਕ ਦੂਜੇ ਦੇ ਨਾਲ ਇਹਨਾਂ ਦਾ ਜਿਹੜਾ ਗਹਿਰਾ ਸੰਬੰਧ ਹੈ ਉਹਨੂੰ ਦੇਖਣਾ ਪਏਗਾ। ਇੱਕ ਦੂਜੇ ਦੀ ਮਦਦ ਤੋਂ ਬਿਨਾਂ ਇਹ ਅਧੂਰੇ ਹਨ। ਤੁਹਾਡਾ ਸਾਰਿਆਂ ਦਾ ਇਹ ਪੁਆਇੰਟਸ ਲੈਣ ਦੇ ਲਈ ਔਰ ਕਲਾਸ ਨੂੰ ਅਟੈਂਡ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਉਮੀਦ ਕਰਦਾ ਹਾਂ ਕਿ ਤੁਸੀਂ ਇਹ ਤੋਂ ਭਰਪੂਰ ਫਾਇਦਾ ਉਠਾਓਗੇ। ਥੈਂਕ ਯੂ ਵੈਰੀ ਮੱਚ।